ਰਾਜਿਆਂ ਦੀ ਪਹਿਲੀ ਅਤੇ ਦੂਜੀ ਪੋਥੀ। ਹਾਲਾਂਕਿ ਇਹ ਸਾਡੀ ਬਾਈਬਲ ਵਿੱਚ ਦੋ ਅਲੱਗ-ਅਲੱਗ ਕਿਤਾਬਾਂ ਹਨ, ਪਰ ਮੁੱਢਲੇ ਤੌਰ ਤੇ ਇਹਨਾਂ ਨੂੰ ਇੱਕ ਹੀ ਕਿਤਾਬ ਦੇ ਵਜੋਂ ਲਿਖਿਆ ਗਿਆ ਸੀ, ਜੋ ਉਸੇ ਹੀ ਕਹਾਣੀ ਨੂੰ ਇੱਕਸਾਰ ਹੀ ਜਾਰੀ ਰੱਖਦੀ ਹੈ ਜੋ ਇਸ ਤੋਂ ਪਹਿਲੀ ਪੁਸਤਕ ਸ਼ਮੂਏਲ ਵਿੱਚ ਦੱਸੀ ਗਈ ਹੈ। ਦਾਊਦ ਨੇ ਇਸਰਾਇਲ ਦੇ ਗੋਤਾਂ ਨੂੰ ਇੱਕ ਸਾਮਰਾਜ ਵਿੱਚ ਏਕੀਕ੍ਰਿਤ ਕਰ ਲਿਆ ਸੀ ਅਤੇ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਉਸ ਦੇ ਵੰਸ਼ ਤੋਂ ਇੱਕ ਮਸੀਹ ਰਾਜਾ ਆਵੇਗਾ ਜੋ ਸਭ ਜਾਤੀਆਂ ਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕਰੇਗਾ ਅਤੇ ਅਬਰਾਹਮ ਨਾਲ ਕੀਤੇ ਨੇਮ ਨੂੰ ਪੂਰਾ ਕਰੇਗਾ। ਇਸ ਲਈ ਰਾਜਿਆਂ ਦੀ ਕਿਤਾਬ ਵਿੱਚ ਦਾਊਦ ਤੋਂ ਬਾਅਦ ਆਉਣ ਵਾਲੇ ਰਾਜਿਆਂ ਦੀ ਲੰਬੀ ਸੂਚੀ ਹੈ, ਪਰ ਉਹਨਾਂ ਵਿੱਚੋਂ ਕੋਈ ਵੀ ਉਸ ਨੇਮ ਤੇ ਖਰਾ ਨਹੀਂ ਉਤਰ ਪਾਇਆ। ਅਸਲ ਵਿੱਚ ਉਹ ਇਸਰਾਇਲ ਦੇਸ਼ ਨੂੰ ਹੇਠਾਂ ਹੀ ਲਿਆਏ ਸਨ। ਕਿਤਾਬ ਦੀ ਰਚਨਾ ਮੁੱਖ 5 ਭਾਗਾਂ ਵਿੱਚ ਕੀਤੀ ਗਈ ਹੈ। ਕਹਾਣੀ ਦਾ ਆਰੰਭ ਅਤੇ ਸਮਾਪਤੀ ਯਰੂਸ਼ਲਮ ਤੇ ਕੇਂਦਰਿਤ ਹੈ। ਪਹਿਲਾ ਸੁਲੇਮਾਨ ਦੇ ਸ਼ਾਸਨਕਾਲ ਅਤੇ ਹੈਕਲ ਦੀ ਉਸਾਰੀ ਦੇ ਨਾਲ, ਅਤੇ ਫਿਰ ਆਖਰੀ ਭਾਗ ਵਿੱਚ ਯਰੂਸ਼ਲਮ ਦੀ ਤਬਾਹੀ ਅਤੇ ਇਸਰਾਇਲ ਦੀ ਬਾਬਲ ਵਿੱਚ ਗੁਲਾਮੀ ਨਾਲ ਸਮਾਪਤ ਹੁੰਦਾ ਹੈ। ਅਤੇ ਦੁਖਾਂਤ ਵੱਲ ਜਾਣ ਵਾਲੀ ਕਹਾਣੀ ਦੇ ਇਸ ਕਿਤਾਬ ਵਿੱਚ 3 ਭਾਗ ਹਨ ਜੋ ਦੱਸਦੇ ਹਨ ਕਿ ਇਸਰਾਇਲ ਕਿਵੇਂ 2 ਵਿਰੋਧੀ ਰਾਜਾਂ ਵਿੱਚ ਵੰਡਿਆ ਗਿਆ ਅਤੇ ਕਿਸ ਤਰ੍ਹਾਂ ਪਰਮੇਸ਼ਵਰ ਨੇ ਨਬੀਆਂ ਨੂੰ ਭੇਜ ਕੇ ਇਸਰਾਇਲ ਨੂੰ ਭ੍ਰਿਸ਼ਟ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਸ ਤਰ੍ਹਾਂ ਗੁਲਾਮੀ ਇਸਰਾਇਲ ਦੇ ਪਾਪ ਦਾ ਲਾਜ਼ਮੀ ਸਿੱਟਾ ਬਣ ਗਿਆ। ਕਿਤਾਬ ਦਾ ਆਰੰਭ ਬਜ਼ੁਰਗ ਦਾਊਦ ਦੁਆਰਾ ਆਪਣੇ ਪੁੱਤਰ ਸੁਲੇਮਾਨ ਨੂੰ ਸਾਮਰਾਜ ਦੇਣ ਦੇ 2 ਅਧਿਆਵਾਂ ਦੇ ਨਾਲ ਸ਼ੁਰੂ ਹੁੰਦਾ ਹੈ। ਸੁਲੇਮਾਨ ਨੂੰ ਕਹੇ ਦਾਊਦ ਦੇ ਅੰਤਿਮ ਸ਼ਬਦ ਮੂਸਾ ਦੁਆਰਾ ਯਹੋਸ਼ੂਆ ਨੂੰ ਕਹੇ ਅਤੇ ਸ਼ਮੂਏਲ ਦੁਆਰਾ ਲੋਕਾਂ ਨੂੰ ਕਹੇ ਅੰਤਿਮ ਸ਼ਬਦਾਂ ਦੇ ਸਮਾਨ ਹਨ। ਇਸ ਵਿੱਚ ਨੇਮ ਦੇ ਨਿਯਮਾਂ ਦੇ ਪ੍ਰਤੀ ਵਫਾਦਾਰ ਰਹਿਣ ਅਤੇ ਇਸਰਾਇਲ ਦੇ ਪਰਮੇਸ਼ਵਰ ਦੇ ਪ੍ਰਤੀ ਦ੍ਰਿੜ ਰਹਿਣ ਦੇ ਲਈ ਸੱਦਾ ਹੈ। ਪਰ ਦਾਊਦ ਦੇ ਸ਼ਬਦ ਇੱਥੇ ਖੋਖਲੇ ਜਿਹੇ ਲੱਗਦੇ ਹਨ, ਕਿਉਂਕਿ ਫਿਰ ਦਾਊਦ ਅਤੇ ਸੁਲੇਮਾਨ ਸਾਜ਼ਿਸ਼ ਰਚਦੇ ਹਨ ਕਿ ਕਿਸ ਤਰ੍ਹਾਂ ਉਹ ਅਨੇਕ ਰਾਜਨੀਤਿਕ ਹਥਿਆਰਾਂ ਦੇ ਦੁਆਰਾ ਇਸ ਨਵੇਂ ਸਾਮਰਾਜ ਨੂੰ ਮਜ਼ਬੂਤ ਕਰਨਗੇ। ਇਹ ਚੰਗੀ ਸ਼ੁਰੂਆਤ ਨਹੀਂ ਹੈ। ਸੁਲੇਮਾਨ ਦਾ ਸਭ ਤੋਂ ਵੱਡਾ ਪਲ ਉਦੋਂ ਆਉਂਦਾ ਹੈ ਜਦੋਂ ਉਹ ਪਰਮੇਸ਼ਵਰ ਤੋਂ ਇਸਰਾਇਲ ਦੀ ਅਗਵਾਈ ਕਰਨ ਲਈ ਬੁੱਧੀ ਮੰਗਦਾ ਹੈ ਅਤੇ ਉਹ ਇਸਰਾਇਲ ਦੇ ਪਰਮੇਸ਼ਵਰ ਦੇ ਲਈ ਹੈਕਲ ਬਣਾਉਣ ਦੇ ਦਾਊਦ ਦੇ ਸੁਪਨੇ ਨੂੰ ਪੂਰਾ ਕਰਦਾ ਹੈ। ਇੱਥੇ ਕਹਾਣੀ ਰੁਕ ਜਾਂਦੀ ਹੈ ਅਤੇ ਹੈਕਲ ਨੂੰ ਬਣਾਉਣ ਦੇ ਬਾਰੇ ਵਿਸਤਾਰ ਨਾਲ ਵਰਣਨ ਕਰਦੀ ਹੈ, ਜਿਵੇਂ ਤੁਰੇਤ ਵਿੱਚ ਦਿੱਤੇ ਤੰਬੂ ਦੀ ਬਣਾਵਟ ਬਾਰੇ। ਇੱਥੇ ਬਹੁਤ ਸਾਰੇ ਸੋਨੇ ਅਤੇ ਗਹਿਣੇ ਅਤੇ ਸਵਰਗਦੂਤਾਂ ਅਤੇ ਫਲਾਂ ਦੇ ਰੁੱਖਾਂ ਦੇ ਚਿਤਰਨ ਹਨ। ਇਹ ਸਭ ਅਦਨ ਦੇ ਬਾਗ ਦੇ ਪ੍ਰਤੀਕ ਦੇ ਰੂਪ ਵਿੱਚ ਪ੍ਰਤੀਤ ਹੁੰਦੇ ਹਨ। ਇਹ ਉਹ ਸਥਾਨ ਹੈ ਜਿੱਥੇ ਸਵਰਗ ਅਤੇ ਧਰਤੀ ਦਾ ਮਿਲਾਪ ਹੁੰਦਾ ਹੈ, ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਆਪਣੇ ਲੋਕਾਂ ਦੇ ਨਾਲ ਵਾਸ ਕਰਦੀ ਹੈ। ਪਰ ਹੈਕਲ ਨੂੰ ਪੂਰਾ ਕਰਨ ਦੇ ਕੁਝ ਹੀ ਸਮੇਂ ਬਾਅਦ ਸੁਲੇਮਾਨ ਕੁਝ ਖਰਾਬ ਚੋਣਾਂ ਕਰਦਾ ਹੈ ਅਤੇ ਰਾਜ ਟੁੱਟ ਜਾਂਦਾ ਹੈ। ਰਾਜਨੀਤਿਕ ਗਠਬੰਧਨ ਲਈ ਉਹ ਹੋਰ ਰਾਜਿਆਂ ਦੀਆਂ ਬੇਟੀਆਂ ਨਾਲ ਵਿਆਹ ਕਰਨਾ ਸ਼ੁਰੂ ਕਰਦਾ ਹੈ ਅਤੇ ਅਜਿਹੇ ਸੈਂਕੜੇ ਵਿਆਹ ਕਰਦਾ ਹੈ ਅਤੇ ਫਿਰ ਉਹ ਉਹਨਾਂ ਦੇਵਤਿਆਂ ਨੂੰ ਅਪਣਾਉਂਦਾ ਹੈ ਅਤੇ ਇਸਰਾਇਲ ਵਿੱਚ ਉਹਨਾਂ ਦੇਵਤਿਆਂ ਦੀ ਪੂਜਾ ਸ਼ੁਰੂ ਹੁੰਦੀ ਹੈ। ਅਤੇ ਫਿਰ ਸੁਲੇਮਾਨ ਵੱਡੀ ਮਾਤਰਾ ਵਿੱਚ ਧਨ ਜਮ੍ਹਾਂ ਕਰਦਾ ਹੈ। ਉਹ ਵੱਡੀ ਸੈਨਾ ਬਣਾਉਂਦਾ ਹੈ। ਉਹ ਆਪਣੀਆਂ ਸਭ ਨਿਰਮਾਣ ਯੋਜਨਾ ਦੇ ਲਈ ਗੁਲਾਮ ਮਜ਼ਦੂਰ ਵੀ ਰੱਖਦਾ ਹੈ। ਹੁਣ ਜੇਕਰ ਤੁਸੀਂ ਤੁਰੇਤ ਵਿੱਚ ਵਾਪਸ ਜਾਓ ਅਤੇ ਵਿਵਸਥਾ ਸਾਰ 17 ਵਿੱਚ ਦੇਖੋ ਤਾਂ ਉੱਥੇ ਇਸਰਾਇਲ ਦੇ ਰਾਜਿਆਂ ਦੇ ਲਈ ਪਰਮੇਸ਼ਵਰ ਦੇ ਦਿਸ਼ਾ ਨਿਰਦੇਸ਼ ਹਨ ਅਤੇ ਇੱਥੇ ਸੁਲੇਮਾਨ ਨੂੰ ਹਰ ਨਿਰਦੇਸ਼ ਨੂੰ ਤੋੜਦੇ ਹੋਏ ਦੇਖੋਗੇ। ਸੁਲੇਮਾਨ ਦੀ ਮੌਤ ਦੇ ਸਮੇਂ ਤੱਕ ਉਹ ਆਪਣੇ ਪਿਤਾ ਦੀ ਤਰ੍ਹਾਂ ਵਿਖਣ ਨਾਲੋਂ ਜ਼ਿਆਦਾ ਮਿਸਰ ਦੇ ਰਾਜਾ ਫਿਰੌਨ ਜਿਹਾ ਪ੍ਰਤੀਤ ਹੁੰਦਾ ਹੈ। ਕਿਤਾਬ ਦਾ ਅਗਲਾ ਭਾਗ ਸੁਲੇਮਾਨ ਦੇ ਪੁੱਤਰ ਰਹੂਬੋਆਮ ਦੇ ਨਾਲ ਆਰੰਭ ਹੁੰਦਾ ਹੈ, ਜੋ ਆਪਣੇ ਪਿਤਾ ਦੇ ਵਾਂਗ ਹੀ ਕੰਮ ਕਰਦਾ ਹੈ। ਇਹ ਲਾਲਚ ਅਤੇ ਸੱਤਾ ਦੀ ਲਾਲਸਾ ਦੀ ਦੁਖਦਾਈ ਕਹਾਣੀ ਹੈ ਅਤੇ ਯਰੋਬਾਮ ਦੀ ਗਵਾਹੀ ਹੇਠ ਉਹ ਗੁਲਾਮ ਮਜ਼ਦੂਰੀ ਉੱਤੇ ਕਰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉੱਤਰੀ ਗੋਤ ਇਸ ਨੂੰ ਰੱਦ ਕਰ ਦਿੰਦੇ ਹਨ। ਉਹ ਬਗਾਵਤ ਕਰਦੇ ਹਨ ਅਤੇ ਵੱਖ ਹੋ ਕੇ ਆਪਣਾ ਵਿਰੋਧੀ ਰਾਜ ਬਣਾ ਲੈਂਦੇ ਹਨ। ਅਤੇ ਹੁਣ ਕਹਾਣੀ ਵਿੱਚ ਦੱਖਣੀ ਸਾਮਰਾਜ ਯਹੂਦਾ ਹੈ, ਜੋ ਦਾਊਦ ਦੇ ਵੰਸ਼ ਤੋਂ ਰਾਜਿਆਂ ਨਾਲ ਯਰੂਸ਼ਲਮ ਵਿੱਚ ਕੇਂਦਰਿਤ ਹੈ, ਅਤੇ ਦੂਸਰੇ ਇਹ ਇਸਰਾਇਲ ਨਾਮ ਦਾ ਉੱਤਰੀ ਸਾਮਰਾਜ, ਜਿਸ ਦੀ ਰਾਜਧਾਨੀ ਆਖਿਰਕਾਰ ਸਾਮਰੀਆ ਬਣ ਜਾਵੇਗੀ। ਜਰੋਬੋਆਮ ਦੱਖਣ ਵਿੱਚ ਸੁਲੇਮਾਨ ਦੀ ਹੈਕਲ ਨਾਲ ਮੁਕਾਬਲਾ ਕਰਨ ਲਈ 2 ਨਵੀਆਂ ਹੈਕਲਾਂ ਬਣਾਉਂਦਾ ਹੈ। ਇਸਰਾਇਲ ਦੇ ਪਰਮੇਸ਼ਵਰ ਦੇ ਪ੍ਰਤੀਕ ਦੇ ਰੂਪ ਵਿੱਚ ਉਹ ਉਹਨਾਂ ਦੋਵਾਂ ਵਿੱਚ ਸੁਨਹਿਰਾ ਵੱਛਾ ਸਥਾਪਿਤ ਕਰਦਾ ਹੈ। ਪੂਛ ਬੱਤੀ ਅਤੇ ਸੁਨਹਿਰੀ ਵੱਛੇ ਦਾ ਸਬੰਧ ਬਹੁਤ ਸਪਸ਼ਟ ਹੈ। ਇਸ ਬਿੰਦੂ ਤੋਂ ਕਹਾਣੀ ਅੱਗੇ ਪਿੱਛੇ ਉੱਤਰ ਤੋਂ ਦੱਖਣ ਵੱਲ ਘੁੰਮਦੀ ਹੈ ਅਤੇ ਦੋਵੇਂ ਸਾਮਰਾਜਾਂ ਦੇ ਅੰਤਿਮ ਸਿੱਟੇ ਨੂੰ ਭਾਲਦੀ ਹੈ। ਹਰੇਕ ਰਾਜ ਵਿੱਚ ਲਗਭਗ 20 ਰਾਜੇ ਹੋਏ ਅਤੇ ਲੇਖਕ ਜਦੋਂ ਹਰੇਕ ਰਾਜੇ ਦੀ ਜਾਣ ਪਛਾਣ ਕਰਵਾਉਂਦਾ ਹੈ, ਉਹ ਕੁਝ ਮਾਪਦੰਡ ਦੁਆਰਾ ਉਹਨਾਂ ਦੇ ਰਾਜ ਦਾ ਮੁਲਾਂਕਣ ਵੀ ਕਰਦਾ ਹੈ ਕਿ ਉਹਨਾਂ ਨੇ ਕੇਵਲ ਇਸਰਾਇਲ ਦੇ ਪਰਮੇਸ਼ਵਰ ਦੀ ਆਰਾਧਨਾ ਕੀਤੀ ਸੀ ਜਾਂ ਕਿ ਉਹਨਾਂ ਨੇ ਦੂਜੇ ਦੇਵਤਿਆਂ ਦੀ ਆਰਾਧਨਾ ਨੂੰ ਉਤਸ਼ਾਹਿਤ ਕੀਤਾ। ਕੀ ਉਹਨਾਂ ਨੇ ਲੋਕਾਂ ਵਿੱਚ ਮੂਰਤੀ ਪੂਜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੀ ਉਹ ਦਾਊਦ ਦੇ ਤਰ੍ਹਾਂ ਨੇਮ ਦੇ ਪ੍ਰਤੀ ਵਿਸ਼ਵਾਸਯੋਗ ਰਹੇ ਜਾਂ ਕਿ ਉਹ ਭ੍ਰਿਸ਼ਟ ਅਤੇ ਨਿਆਂਹੀਣ ਸੀ। ਅਤੇ ਇਹਨਾਂ ਮਾਪਦੰਡਾਂ ਦੇ ਅਨੁਸਾਰ ਲੇਖਕ ਉੱਤਰੀ ਰਾਜ ਇਸਰਾਇਲ ਵਿੱਚ ਕੋਈ ਚੰਗਾ ਰਾਜਾ ਨਹੀਂ ਪਾਉਂਦਾ, 20 ਵਿੱਚੋਂ 0, ਅਤੇ ਦੱਖਣੀ ਰਾਜ ਯਹੂਦਾ ਵਿੱਚ 20 ਵਿੱਚੋਂ ਕੇਵਲ 8 ਰਾਜੇ ਹੀ ਸਕਾਰਾਤਮਕ ਹੋਏ, ਜੋ ਇਸ ਕਿਤਾਬ ਨੂੰ ਇੱਕ ਹੋਰ ਵੱਡੇ ਉਦੇਸ਼ ਨਾਲ ਜੋੜਦਾ ਹੈ ਅਤੇ ਉਹ ਹੈ ਨਬੀਆਂ ਦੀ ਭੂਮਿਕਾ ਨਾਲ ਜਾਣ ਪਛਾਣ ਕਰਵਾਉਣਾ
ਜਿਨ੍ਹਾਂ ਦੀ ਇਸਰਾਇਲ ਦੇ ਇਤਿਹਾਸ ਵਿੱਚ ਪ੍ਰਮੁੱਖ ਭੂਮਿਕਾ ਸੀ। ਬਾਈਬਲ ਵਿੱਚ ਨਬੀ ਭਵਿੱਖ ਦੱਸਣ ਵਾਲੇ ਨਹੀਂ ਸਨ, ਬਲਕਿ ਉਹ ਇਸਰਾਇਲ ਦੇ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ ਅਤੇ ਉਹਨਾਂ ਨੇ ਨੇਮ ਪ੍ਰਤੀ ਰਾਖੇ ਦੀ ਭੂਮਿਕਾ ਨਿਭਾਈ, ਜਿਸ ਦਾ ਅਰਥ ਹੈ ਕਿ ਉਹਨਾਂ ਨੇ ਰਾਜਿਆਂ ਅਤੇ ਲੋਕਾਂ ਦੀ ਮੂਰਤੀ ਪੂਜਾ ਅਤੇ ਘਿਨਾਓ ਦੇ ਖਿਲਾਫ ਆਵਾਜ਼ ਉਠਾਈ। ਉਹ ਲਗਾਤਾਰ ਇਸਰਾਇਲ ਨੂੰ ਯਾਦ ਦਿਵਾਉਂਦੇ ਰਹੇ ਕਿ ਉਹਨਾਂ ਨੂੰ ਜਾਤੀਆਂ ਵਿੱਚ ਚਾਨਣ ਹੋਣ ਲਈ ਬੁਲਾਇਆ ਗਿਆ ਹੈ ਅਤੇ ਉਹਨਾਂ ਨੂੰ ਤ੍ਰੇਤ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅਤੇ ਇਸ ਪ੍ਰਕਾਰ ਨਬੀ ਇਸਰਾਇਲ ਨੂੰ ਤੋਬਾ ਕਰਨ ਅਤੇ ਆਪਣੇ ਪਰਮੇਸ਼ਵਰ ਦੀ ਪਾਲਣਾ ਕਰਨ ਦੀ ਚੁਣੌਤੀ ਦਿੰਦੇ ਸਨ। ਇਹਨਾਂ ਕੇਂਦਰਿਤ ਭਾਗਾਂ ਵਿੱਚ ਹਰੇਕ ਰਾਜੇ ਲਈ ਪਰਮੇਸ਼ਵਰ ਨਬੀਆਂ ਨੂੰ ਖੜਾ ਕਰਦਾ ਹੈ ਤਾਂ ਕਿ ਉਹ ਉਹਨਾਂ ਨੂੰ ਜਵਾਬਦੇਹ ਠਹਿਰਾਵੇ। ਉੱਤਰੀ ਰਾਜ ਦੇ ਨਬੀ ਸਭ ਤੋਂ ਪ੍ਰਮੁੱਖ ਹਨ। ਏਲੀਆ ਅਤੇ ਉਸ ਦਾ ਚੇਲਾ ਅਲੀਸ਼ਾ ਕਿਤਾਬ ਦੇ ਕੇਂਦਰ ਵਿੱਚ ਹਨ। ਏਲੀਆ ਇੱਕ ਇਕਾਂਤ ਪਸੰਦ ਨਬੀ ਸੀ ਜੋ ਉਜਾੜ ਵਿੱਚ ਰਹਿੰਦਾ ਸੀ ਅਤੇ ਉੱਤਰੀ ਰਾਜਾ ਅਹਾਬ ਅਤੇ ਉਸ ਦੀ ਕਨਾਨੀ ਪਤਨੀ ਈਜ਼ਬਲ ਉਸ ਦੇ ਦੁਸ਼ਮਣ ਸਨ। ਉਹਨਾਂ ਦੋਵਾਂ ਨੇ ਮਿਲ ਕੇ ਇਸਰਾਇਲ ਵਿੱਚ ਕਨਾਨੀ ਦੇਵਤਾ ਬਵਾਲ ਦੀ ਪੂਜਾ ਸਥਾਪਿਤ ਕੀਤੀ ਸੀ। ਇਸ ਲਈ ਇੱਕ ਪ੍ਰਸਿੱਧ ਕਹਾਣੀ ਵਿੱਚ ਏਲੀਆ ਨੇ ਇਹ ਵਿਖਾਉਣ ਲਈ ਕਿ ਕਿਹੜਾ ਪਰਮੇਸ਼ਵਰ ਸੱਚਾ ਹੈ, ਬਵਾਲ ਦੇ 450 ਨਬੀਆਂ ਨੂੰ ਚੁਣੌਤੀ ਦਿੱਤੀ, ਅਰਥਾਤ ਦੋਵਾਂ ਨੇ ਵੇਦੀਆਂ ਬਣਾਈਆਂ ਅਤੇ ਆਪਣੇ ਆਪਣੇ ਈਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ, ਪਰ ਕੇਵਲ ਇਸਰਾਇਲ ਦੇ ਪਰਮੇਸ਼ਵਰ ਨੇ ਅੱਗ ਨਾਲ ਜਵਾਬ ਦਿੱਤਾ। ਇਸ ਤੋਂ ਬਾਅਦ ਅਹਾਬ ਆਪਣੀ ਸ਼ਾਹੀ ਸ਼ਕਤੀ ਦਾ ਪ੍ਰਯੋਗ ਕਰਕੇ ਇੱਕ ਇਸਰਾਇਲੀ ਕਿਸਾਨ ਦੀ ਹੱਤਿਆ ਕਰਦਾ ਹੈ ਅਤੇ ਉਸ ਦੇ ਪਿਓ ਦਾਦਿਆਂ ਦੀ ਮਿਰਾਸ ਵਾਲੇ ਅੰਗੂਰੀ ਬਾਗ ਨੂੰ ਚੋਰੀ ਕਰ ਲੈਂਦਾ ਹੈ। ਅਤੇ ਏਲੀਆ ਫਿਰ ਤੋਂ ਅਹਾਬ ਦੀ ਬੇਇਨਸਾਫੀ ਦਾ ਵਿਰੋਧ ਕਰਦਾ ਹੈ ਅਤੇ ਉਸ ਦੇ ਘਰ ਦੇ ਪਤਨ ਦੀ ਘੋਸ਼ਣਾ ਕਰਦਾ ਹੈ। ਏਲੀਆ ਅੰਤ ਵਿੱਚ ਭਵਿੱਖਬਾਣੀਆਂ ਦੀ ਅਗਵਾਈ ਨੂੰ ਇੱਕ ਅਲੀਸ਼ਾ ਨਾਮਕ ਜਵਾਨ ਚੇਲੇ ਨੂੰ ਦੇ ਜਾਂਦਾ ਹੈ ਜੋ ਏਲੀਆ ਦਾ ਦੁੱਗਣਾ ਮਸਾ ਮੰਗਦਾ ਹੈ। ਅਤੇ ਇੱਥੇ ਇੱਕ ਦਿਲਚਸਪ ਗੱਲ ਹੈ ਕਿ ਲੇਖਕ ਕਿਸ ਤਰ੍ਹਾਂ ਏਲੀਆ ਦੇ 7 ਚਮਤਕਾਰਾਂ ਦਾ ਜ਼ਿਕਰ ਅਤੇ ਫਿਰ ਉਹ ਅਲੀਸ਼ਾ ਦੇ 14 ਚਮਤਕਾਰੀ ਕੰਮਾਂ ਦਾ ਜ਼ਿਕਰ ਕਰਦਾ ਹੈ। ਦੋਵੇਂ ਨਬੀ ਸਪਸ਼ਟ ਰੂਪ ਨਾਲ ਮਹੱਤਵਪੂਰਨ ਆਦਮੀ ਸਨ। ਉਹਨਾਂ ਦੋਵਾਂ ਨੇ ਹੀ ਮੂਰਤੀ ਪੂਜਾ ਅਤੇ ਬੇਇਨਸਾਫੀ ਦੇ ਖਿਲਾਫ ਇਸਰਾਇਲ ਦੇ ਰਾਜਾਂ ਦਾ ਵਿਰੋਧ ਕਰਨ ਦੀ ਭੂਮਿਕਾ ਨਿਭਾਈ ਅਤੇ ਫਿਰ ਵੀ ਉਹ ਇਸਰਾਇਲ ਨੂੰ ਉਹਨਾਂ ਦੇ ਧਰਮ ਤਿਆਗ ਤੋਂ ਵਾਪਸ ਲਿਆਉਣ ਵਿੱਚ ਅਸਫਲ ਰਹੇ। ਅਗਲੇ ਭਾਗ ਵਿੱਚ ਉੱਤਰੀ ਸਾਮਰਾਜ ਵਿੱਚ ਇੱਕ ਖੂਨੀ ਕ੍ਰਾਂਤੀ ਦਾ ਜ਼ਿਕਰ ਹੈ ਜੋ ਯੇਹੂ ਨਾਮਕ ਰਾਜੇ ਦੁਆਰਾ ਕੀਤੀ ਗਈ ਅਤੇ ਉਹ ਅਹਾਬ ਦੇ ਪਰਿਵਾਰ ਨੂੰ ਨਸ਼ਟ ਕਰ ਦਿੰਦਾ ਹੈ। ਅਤੇ ਹਾਲਾਂਕਿ ਪਰਮੇਸ਼ਵਰ ਨੇ ਹੀ ਯੇਹੂ ਨੂੰ ਪਹਿਲਾਂ ਆਗਿਆ ਦਿੱਤੀ ਸੀ, ਪਰ ਉਸ ਦਾ ਜ਼ਬਰ ਕਾਬੂ ਤੋਂ ਬਾਹਰ ਹੋ ਗਿਆ। ਇਸ ਦੇ ਨਾਲ ਬਾਰ-ਬਾਰ ਕੀਤੇ ਜਾਣ ਵਾਲੇ ਰਾਜਨੀਤਿਕ ਕਤਲੇਆਮ ਅਤੇ ਬਗਾਵਤ ਦੀ ਅਜਿਹੀ ਸ਼ੁਰੂਆਤ ਹੋਈ ਜਿਸ ਤੋਂ ਇਸਰਾਇਲ ਕਦੀ ਨਿਕਲ ਨਹੀਂ ਪਾਇਆ। ਯੇਹੂ ਤੋਂ ਬਾਅਦ ਇੱਕ ਤੋਂ ਬਾਅਦ ਤਖਤਾ ਪਲਟ ਹੁੰਦੇ ਹਨ ਅਤੇ ਹਰ ਰਾਜਾ ਦੂਸਰੇ ਦੇਵਤਿਆਂ ਦੀ ਪੂਜਾ ਕਰਦਾ ਹੈ ਅਤੇ ਭਿਆਨਕ ਬੇਇਨਸਾਫੀ ਹੋਣ ਦਿੰਦੇ ਹਨ। ਇਹ ਸਾਨੂੰ ਦੂਜੇ ਰਾਜਿਆਂ ਵਿੱਚ ਅਧਿਆਇ 17 ਤੱਕ ਲੈ ਜਾਂਦਾ ਹੈ। ਅਸੂਰ ਦਾ ਵਿਸ਼ਾਲ ਅਤੇ ਬੁਰਾ ਸਾਮਰਾਜ ਹਮਲਾ ਕਰਦਾ ਹੈ ਅਤੇ ਉੱਤਰੀ ਸਾਮਰਾਜ ਨੂੰ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ ਅਤੇ ਰਾਜਧਾਨੀ ਸਾਮਰੀਆ ਨੂੰ ਆਪਣੇ ਅਧਿਕਾਰ ਵਿੱਚ ਲੈ ਲੈਂਦਾ ਹੈ ਅਤੇ ਇਸਰਾਇਲੀ ਗੁਲਾਮ ਹੋ ਕੇ ਪ੍ਰਾਚੀਨ ਦੁਨੀਆ ਵਿੱਚ ਖਿੰਡ ਜਾਂਦੇ ਹਨ। ਹੁਣ ਅਧਿਆਇ 17 ਮਹੱਤਵਪੂਰਨ ਹੈ। ਲੇਖਕ ਕਹਾਣੀ ਨੂੰ ਰੋਕਦਾ ਹੈ ਅਤੇ ਜੋ ਹੋਇਆ ਉਸ ਉੱਤੇ ਭਵਿੱਖਾਤਮਕ ਵਿਚਾਰ ਪੇਸ਼ ਕਰਦਾ ਹੈ। ਉਹ ਉੱਤਰੀ ਰਾਜ ਦੇ ਪਤਨ ਦਾ ਦੋਸ਼ ਇਸਰਾਇਲ ਅਤੇ ਉਸ ਦੇ ਰਾਜਿਆਂ ਦੀ ਮੂਰਤੀ ਪੂਜਾ ਅਤੇ ਨੇਮ ਦੇ ਪ੍ਰਤੀ ਬੇਵਫਾਈ ਤੇ ਲਗਾਉਂਦਾ ਹੈ ਅਤੇ ਹੁਣ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਫੈਸਲਿਆਂ ਦੇ ਨਤੀਜਿਆਂ ਨੂੰ ਭੁਗਤਣ ਦੀ ਪ੍ਰਵਾਨਗੀ ਦਿੱਤੀ ਹੈ। ਕਿਤਾਬ ਦਾ ਅੰਤਿਮ ਭਾਗ ਕੇਵਲ ਦੱਖਣੀ ਸਾਮਰਾਜ ਦੀ ਕਹਾਣੀ ਦੱਸਦਾ ਹੈ ਅਤੇ ਇੱਥੇ ਅਸੀਂ ਕੁਝ ਬਹਾਦਰ ਰਾਜਿਆਂ ਨਾਲ ਮਿਲਦੇ ਹਾਂ, ਜਿਵੇਂ ਹਿਜ਼ਕੀਆ, ਜਿਸ ਨੇ ਉਸ ਸਮੇਂ ਤੇ ਵੀ ਪਰਮੇਸ਼ਵਰ ਤੇ ਵਿਸ਼ਵਾਸ ਰੱਖਿਆ ਜਦੋਂ ਅਸੂਰ ਦੀ ਸੈਨਾ ਨੇ ਯਰੂਸ਼ਲਮ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ, ਜਾਂ ਯੋਸ਼ੀਆ ਜੋ ਹੈਕਲ ਵਿੱਚ ਤੁਰੇਤ ਦੀ ਗਵਾਚੀ ਹੋਈ ਪੋਥੀ ਨੂੰ ਪਾਉਂਦਾ ਹੈ, ਫਿਰ ਉਹ ਉਸ ਨੂੰ ਪੜ੍ਹਦਾ ਹੈ ਅਤੇ ਘਾਇਲ ਹੁੰਦਾ ਹੈ ਅਤੇ ਫਿਰ ਉਹ ਦੇਸ਼ ਵਿੱਚ ਮੂਰਤੀ ਪੂਜਾ ਅਤੇ ਕਨਾਨੀ ਪ੍ਰਭਾਵ ਹਟਾਉਣ ਲਈ ਧਾਰਮਿਕ ਸੁਧਾਰ ਲਿਆਉਂਦਾ ਹੈ। ਪਰ ਯਹੂਦਾ ਬਹੁਤ ਦੂਰ ਚਲਾ ਗਿਆ ਹੈ। ਇਹਨਾਂ ਦੋਵਾਂ ਦੇ ਵਿਚਕਾਰ ਰਾਜਾ ਮਨਸ਼ਾ ਹੈ ਜੋ ਹੁਣ ਤੱਕ ਸਭ ਤੋਂ ਖਰਾਬ ਰਾਜਾ ਹੋਇਆ ਹੈ। ਉਸ ਨੇ ਨਾ ਕੇਵਲ ਯਰੂਸ਼ਲਮ ਦੀ ਹੈਕਲ ਵਿੱਚ ਮੂਰਤੀ ਪੂਜਾ ਕੀਤੀ ਬਲਕਿ ਬੱਚਿਆਂ ਦੀ ਬਲੀ ਵੀ ਸਥਾਪਿਤ ਕੀਤੀ। ਤਦ ਪਰਮੇਸ਼ਵਰ ਨਬੀਆਂ ਨੂੰ ਇਹ ਕਹਿ ਕੇ ਭੇਜਦਾ ਹੈ ਕਿ ਸਮਾਂ ਪੂਰਾ ਹੋ ਗਿਆ ਹੈ। ਇਸਰਾਇਲ ਲਈ ਹੁਣ ਵਾਪਸੀ ਦਾ ਕੋਈ ਸਮਾਂ ਨਹੀਂ। ਆਖਰੀ ਅਧਿਆਇ ਉਸ ਬਾਬਲ ਸਾਮਰਾਜ ਦੀ ਕਹਾਣੀ ਦੱਸਦਾ ਹੈ ਜੋ ਯਰੂਸ਼ਲਮ ਤੇ ਹਮਲਾ ਕਰਨ ਲਈ ਆਉਣ ਵਾਲਾ ਸੀ। ਉਹ ਹੈਕਲ ਨੂੰ ਨਸ਼ਟ ਕਰ ਦੇਵੇਗਾ ਅਤੇ ਲੋਕਾਂ ਤੇ ਦਾਊਦ ਦੇ ਸ਼ਾਹੀ ਵੰਸ਼ ਨੂੰ ਗੁਲਾਮੀ ਵਿੱਚ ਲੈ ਜਾਵੇਗਾ। ਇਸ ਲਈ ਕਹਾਣੀ ਸਾਨੂੰ ਆਖਿਰ ਤੇ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਕੀ ਪਰਮੇਸ਼ਵਰ ਇਸਰਾਇਲ ਨੂੰ ਤਿਆਗ ਚੁੱਕਾ ਹੈ, ਕਿ ਉਹ ਦਾਊਦ ਦੇ ਵੰਸ਼ ਨੂੰ ਤਿਆਗ ਚੁੱਕਾ ਹੈ। ਖੈਰ, ਅੰਤਿਮ ਪੈਰਾ ਗੁਲਾਮੀ ਦੇ ਕਰੀਬ 40 ਸਾਲ ਬਾਅਦ ਦੀ ਤਸਵੀਰ ਦਿੰਦਾ ਹੈ ਤੇ ਬਹੁਤ ਹੀ ਅਨੋਖੀ ਕਹਾਣੀ ਦੱਸਦਾ ਹੈ। ਇਹ ਦਾਊਦ ਦੇ ਵੰਸ਼ ਤੋਂ ਯਹੋਯਾਕੀਨ ਦੇ ਵਿਸ਼ੇ ਵਿੱਚ ਹੈ। ਜੇਕਰ ਉਹ ਯਰੂਸ਼ਲਮ ਵਿੱਚ ਹੁੰਦਾ ਤਾਂ ਰਾਜਾ ਬਣ ਗਿਆ ਹੁੰਦਾ। ਬਾਬਲ ਦਾ ਰਾਜਾ ਉਸ ਨੂੰ ਜੇਲ੍ਹ ਤੋਂ ਆਜ਼ਾਦ ਕਰ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਕਿਤਾਬ ਸਮਾਪਤ ਹੋ ਜਾਂਦੀ ਹੈ। ਸੋ ਜ਼ਿਆਦਾ ਕੁਝ ਨਹੀਂ, ਇਹ ਕਹਾਣੀ ਆਸ ਦੀ ਕਿਰਨ ਦਿੰਦੀ ਹੈ ਕਿ ਪਰਮੇਸ਼ਵਰ ਨੇ ਦਾਊਦ ਦੇ ਵੰਸ਼ ਦਾ ਤਿਆਗ ਨਹੀਂ ਕੀਤਾ। ਇਸ ਲਈ ਸਵਾਲ ਇਹ ਹੈ ਕਿ ਪਰਮੇਸ਼ਵਰ ਕਿਸ ਤਰ੍ਹਾਂ ਅਬਰਾਹਮ,
ਅਤੇ ਦਾਊਦ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰੇਗਾ। ਕਿਸ ਤਰ੍ਹਾਂ ਉਹ ਕੌਮਾਂ ਨੂੰ ਬਰਕਤ ਦੇਵੇਗਾ ਅਤੇ ਮਸੀਹ ਦਾ ਸਾਮਰਾਜ ਲਿਆਵੇਗਾ। ਅਤੇ ਇਹਨਾਂ ਸਵਾਲਾਂ ਦੇ ਜਵਾਬ ਪਾਉਣ ਲਈ ਤੁਹਾਨੂੰ ਨਬੀਆਂ ਅਤੇ ਬੁੱਧ ਦੀਆਂ ਕਿਤਾਬਾਂ ਨੂੰ ਸਮਝਣਾ ਪਵੇਗਾ। ਪਰ ਹੁਣ ਦੇ ਲਈ ਰਾਜਿਆਂ ਦੀ ਕਿਤਾਬ ਦੇ ਬਾਰੇ ਵਿੱਚ ਬਸ ਇੰਨਾ ਹੀ।